ਧੰਨ ਧੰਨ ਸਤਿਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਵਾਮੀ ਸਰਵਨਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਵਾਮੀ ਹਰੀਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ ਤਥਾ ਗੱਦੀ ਤੇ ਬਿਰਾਜਮਾਨ ਸੁਭਾਏਮਾਨ ਆਦਰਣੀय ਸਤਿਕਾਰਯੋਗ ਦਾਸ ਤੇ ਹਿਰਦੇ ਸਮਰਾਟ श्री 100 संत निरंजन दास जी महाराज, मंच ते विराजमान रब वर्गियां रूहां, महान संत महापुरख अते जनता जनार्दन के रूप के विच हाजरियां लुहारे आदरणीय परम सत्कारयोग माताओं भैनों वीरों और बजुर्गों, आपां समूह आज संगतां अज उस महान रहबर, उस महान शख्सियत धन धन सतगुरु स्वामी सरवनदास महाराज जी की बरसी समागम के उपलक्ष्य के विच अज इत्थे एकत्रित होए हैं। बरसी समागम मनाउण दा मंतव वो महापुरख जो सानू सत उपदेश जो समाज नू देण, जो समाज वास्ते भला, जो समाज वास्ते कर गए उन्हां दा सुमरण करना। महापुरखां ने जो ज्ञान उपदेश सत उपदेश संगतां नूं दिते, जो उन्हां दे सद उपदेश सी उन्होंने दोहराउण वास्ते, उन्होंने याद करने वास्ते अते उन्होंने दे कदम चिन्हां ते मुड़ चलण वास्ते असी उन्होंने दी यादां मनाउंदे हां। साध संगत जी, धन सो गाँव, धन सो ठाऊं, धन पनीत कुटुंब सब लोए। वो माता धन है, वो पिता धन है, वो पिंड धन है, वो परिवार धन है, वो शहर देश धन है जिथे संत सरवनदास महाराज दे वर्गे महान रहबर अवतार लेंदे हैं। साध संगत जी, साडे शास्त्रकारां जिवें भी अगे भी दसदा हाँ कि 6 प्रकार के अवतार संसार ते आउंदे हन। हंसा अवतार, अवेसा अवतार, नित अवतार, निमित अवतार, पूर्ण अवतार, पूर्णतम अवतार। नित अवतार के रूप दे विच संत महापुरख समय समय ते आके साध संगत जी जो कि आप मुक्त करे संसार, नानक तिस जन को सदा नमस्कार। संत अनंत है अंतर नाही, संतां दे विच अनंत है कि ये परमात्मा दे विच कोई भेद भाव नहीं रह जाता, नहीं होया करता। संत सरवनदास महाराज एक संत ही नहीं सी। संत सरवनदास जी महाराज इस समाज दे, इस गरीब साध संगत याद रखना जिथे संसारी जीवां की सोच, जिथे संसारी जीवां के राजे महाराजा की सोच, इन्हां दी विचारधारा खत्म हो जाती है, उत्थे संत महापुरखों की सोच शुरू होंदी है। स्वामी सरवनदास जी महाराज जिस वेले ये साडे गरीब समाज के दर्द उस मसीहा ने अपने हिरदे दे विच महसूस किए, सत्संग जी उस वेले जदों कि असी दूसरे मंदिर मस्जिदां गुरुद्वारियां दे विच जाके सीस निभाउंदे सां, उस वेले भी सीस निभा के भी साडा अपमान हुंदा सी।
ਭਾਵੇਂ ਅਸੀਂ ਧਨ ਦੌਲਤ ਭਾਵੇਂ ਸੋਨਾ ਚੜ੍ਹਾ ਦਈਏ, ਜਿੰਨਾ ਮਰਜ਼ੀ ਆਪਾਂ ਤਨ ਅਤੇ ਮਨ ਦੇ ਨਾਲ ਸੇਵਾ ਵੀ ਕਰ ਲਈਏ, ਅਸੀਂ ਇੱਟਾਂ ਰੋੜੇ ਬਣਾ ਕੇ ਮੰਦਰ ਵੀ ਬਣਾ ਦੇ, ਮੂਰਤੀਆਂ ਵੀ ਬਣਾ ਦਈਏ, ਪਰ ਅੱਜ ਤੱਕ ਇਹ ਸਮਾਜ ਨੂੰ ਅਪਮਾਨ ਮਿਲਿਆ, ਸਨਮਾਨ ਨਹੀਂ ਮਿਲਿਆ। ਉਸ ਮਸੀਹਾ ਨੇ, ਉਸ ਦਰਦਮੰਦ ਮਹਾਤਮਾ ਪੁਰਸ਼ ਨੇ, ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਜੀ ਨੇ ਇਸ ਸੰਸਾਰ ਦਾ ਦਰਦ ਜੋ ਸੀ ਆਪਣੇ ਹਿਰਦੇ ਵਿੱਚ ਸਮਝ ਕੇ, ਸਾਧ ਸੰਗਤ ਜੀ, ਇਹਨਾਂ ਦਾ ਮਾਣ ਸਨਮਾਨ ਅਤੇ ਸਤਿਕਾਰ ਅਤੇ ਸਿਰ ਉੱਚਾ ਰੱਖਣ ਵਾਸਤੇ ਇੱਕ ਸੋਚ ਸੋਚੀ। ਅੱਜ ਤੱਕ ਕਿੰਨੀਆਂ ਸਰਕਾਰਾਂ, 70 ਸਾਲ ਬੀਤ ਗਏ ਸਾਡੇ ਦੇਸ਼ ਹੋਏ ਆਜ਼ਾਦ ਹੋਏ ਨੂੰ। ਉਸ ਤੋਂ ਪਹਿਲਾਂ ਕਿਤਨੇ ਯੁੱਗ ਬੀਤ ਗਏ ਅਪਮਾਨ ਝੱਲਦਿਆਂ ਨੂੰ, ਸਨਮਾਨ ਨਹੀਂ ਅੱਜ ਤੱਕ ਹੋਇਆ। ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਜੀ ਨੇ ਜੋ ਕੋਈ ਸਰਕਾਰ, ਰਾਜਾ, ਮਹਾਰਾਜਾ ਕੋਈ ਅੱਜ ਤੱਕ ਇਸ ਯੁੱਗ ਦੇ ਵਿੱਚ, ਪਿਛਲੇ ਯੁੱਗਾਂ ਦੇ ਵਿੱਚ ਵੀ ਨਹੀਂ ਕਰ ਸਕਿਆ। ਸਾਧ ਸੰਗਤ ਦੀ ਉਹ ਸੋਚ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਵਸੀ। ਸਾਧ ਸੰਗਤ ਦੀ ਸਤਿਗੁਰੂ ਮਹਾਰਾਜ ਜੀ ਦਾ ਮੰਦਰ ਜਦੋਂ ਕਿ 600 ਸਾਲ ਬੀਤ ਚੁੱਕਾ ਸੀ, ਸਤਿਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਆਉਣ 'ਤੇ ਵੀ, ਪਰ ਉਹਨਾਂ ਦੀ ਯਾਦ ਬਾਕੀ ਗੁਰਦੁਆਰੇ, ਮੰਦਰ, ਮਸਜਿਦ ਜਿੱਥੇ ਕੋਈ ਮਤਲਬ ਆਪਣੇ ਝਾੜੂ ਵੀ ਫੇਰਦਾ ਸੀ, ਕੀਲਾ ਵੀ ਬੰਨ੍ਹ ਦਿੰਦਾ ਸੀ, ਉਹਦੇ ਤਾਂ ਨਿਸ਼ਾਨ ਬਣਾ ਦਿੱਤੇ ਗਏ। ਪਰ ਐਡੇ ਵੱਡੇ ਮਸੀਹਾ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿਹੜੇ ਕਿ ਕਰੋੜਾਂ ਆਬਾਦੀ ਦੇ, ਕਰੋੜਾਂ ਹਜ਼ਾਰਾਂ ਦੀ ਆਬਾਦੀ ਦੇ ਵਿੱਚ ਇਹ ਜੋ ਉਹਨਾਂ ਦੇ ਅਨੁਯਾਈ ਸਨ, ਸਾਧ ਸੰਗਤ ਜੀ, ਉਹਨਾਂ ਦੇ ਸਿਜਦਾ ਕਰਨ ਵਾਸਤੇ, ਨਮਸਕਾਰ ਕਰਨ ਵਾਸਤੇ ਕਿਸੇ ਰਾਜੇ, ਮਹਾਰਾਜੇ, ਸ਼ਾਹੂਕਾਰ ਨੇ ਅੱਜ ਤੱਕ ਨਹੀਂ ਸੋਚਿਆ, ਕਿਸੇ ਦੀ ਸੋਚ ਨਹੀਂ ਗਈ। ਉੱਥੇ ਸੋਚ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਦੀ ਇੱਕ ਨਵੀਂ ਸੋਚ ਪੈਦਾ ਹੋਈ। 600 ਸਾਲ ਬਾਅਦ ਸੰਗਤਾਂ ਦਾ ਜੋ ਵਿਚਾਰ ਸੀ, ਸੰਗਤਾਂ ਦੇ ਜੋ ਅਰਮਾਨ ਸੀ, ਇਸ ਪਿਛੜੇ ਦਬਲੇ ਕੁਚਲੇ ਸਮਾਜ ਦੇ ਜੋ ਅਰਮਾਨ ਸਨ, ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਸਮਝਦੇ ਹੋਏ ਸਾਧ ਸੰਗਤ ਦੇ 600 ਸਾਲ ਬਾਅਦ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਸ੍ਰੀ ਗੋਵਰਧਨਪੁਰ ਸਤਿਗੁਰੂ ਮਹਾਰਾਜ ਜੀ ਦੇ ਜਨਮ ਅਸਥਾਨ ਦੀ ਖੋਜ ਕੀਤੀ। ਖੋਜ ਕਰਕੇ ਕਮੇਟੀ ਬਣਾਈ। ਸਾਧ ਸੰਗਤ ਜੀ, ਉਹ ਕਮੇਟੀ ਬਣਾ ਕੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਹਰੀਦਾਸ ਮਹਾਰਾਜ ਦੇ ਕਰ ਕਮਲਾਂ ਦੁਆਰਾ ਉਸ ਦਾ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਰੱਖ ਕੇ ਸਤਿਗੁਰੂ ਮਹਾਰਾਜ ਗਰੀਬਦਾਸ ਜੀ ਦੇ ਕਰ ਕਮਲਾਂ ਦੁਆਰਾ ਸਾਧ ਸੰਗਤ ਜੀ ਉੱਥੇ ਅੱਜ ਇੱਕ ਆਲੀਸ਼ਾਨ ਮੰਦਰ, ਜਿੱਥੇ ਆਪ ਗੱਡੀਆਂ ਭਰ ਭਰ ਕੇ, ਟ੍ਰੇਨਾਂ ਭਰ ਭਰ ਕੇ ਸਿਜਦਾ ਕਰਨ ਵਾਸਤੇ ਜਾਂਦੇ ਹੋ, ਅੱਜ ਸ਼ੋਭਤ ਹੈ। ਅੱਜ ਸਾਨੂੰ ਸਨਮਾਨ ਦਿੱਤਾ ਸਤਿਗੁਰਾਂ ਨੇ, ਸਾਨੂੰ ਮਾਣ ਦਿੱਤਾ ਸਤਿਗੁਰਾਂ ਨੇ, ਸਾਨੂੰ ਇੱਕ ਮਤਲਬ ਸ਼ੌਹਰਤ ਦਿੱਤੀ ਸਤਿਗੁਰਾਂ ਨੇ, ਜੋ ਕਿ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ। ਸਾਨੂੰ ਉਸ ਮਹਾਰਾਜ ਸਦਾ ਵਾਸਤੇ, ਹਮੇਸ਼ਾ ਵਾਸਤੇ ਰਿਣੀ ਰਹਿਣਾ ਚਾਹੀਦਾ ਹੈ। ਸੰਤ ਕਿਹਨੂੰ ਕਹਿੰਦੇ ਹਨ? ਸੰਤ ਉਹਨੂੰ ਕਹਿੰਦੇ ਹਨ ਜੋ ਸਵਯੰ ਆਪਣੇ ਆਪ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨਾਂ ਨੇ ਕੇ ਰੇਣੁਕਾ ਤੋ ਆਓ ਹਮਾਰੇ ਪਾਸ। ਜਿਹਨੇ ਆਪਣੇ ਆਪ ਨੂੰ ਮਿਟਾ ਦਿੱਤਾ, ਆਪਣੇ ਆਪ ਨੂੰ ਖਤਮ ਕਰ ਦਿੱਤਾ, ਆਪਣੇ ਆਪ ਨੂੰ ਸਮਝਿਆ ਨਹੀਂ, ਆਪਣੇ ਆਪ ਨੂੰ ਨਿਉਛਾਵਰ ਕੇ ਕਰ ਦਿੱਤਾ। ਸਾਸੰਗ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ, ਪਰ ਆਪਾ ਪਰ ਕਾ ਮਿਟ ਗਿਆ, ਜਦ ਦੇਖਾ ਤਦ ਤੂੰ। ਉਹਦਾ ਸਿਮਰਨ ਕਰਦੇ ਕਰਦੇ ਉਹਦਾ ਸਰੂਪ ਹੀ ਹੋ ਗਿਆ,
ਉਹਦੇ ਵਿੱਚ ਹੀ ਫਿਰ ਉਹ ਕੀ ਹੋਇਆ, ਸੰਤ ਅਨੰਤ ਹੈ ਅੰਤਰ ਨਾਹੀ। ਸਤਿਗੁਰੂ ਮਹਾਰਾਜ ਗਰੀਬਦਾਸ ਜੀ ਇੱਕ ਸਾਖੀ ਸੁਣਾਇਆ ਕਰਦੇ ਸਨ, ਮੈਂ ਆਪ ਜੀ ਨਾਲ ਸਾਂਝੀ ਕਰਦਾ। ਇੱਕ ਮਹਾਂਪੁਰਖ ਆ ਕੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ, ਮਹਾਰਾਜ ਸੰਤ ਕਿਹਨੂੰ ਕਹਿੰਦੇ ਹਨ? ਸੰਤਾਂ ਦੇ ਦਰਸ਼ਨ ਕਰਨ ਦਾ ਮਤਲਬ ਕੀ ਹੈ? ਸੰਤਾਂ ਦੇ ਦਰਸ਼ਨ ਕਰਨ ਦਾ ਫਾਇਦਾ ਕੀ ਹੋਇਆ ਕਰਦਾ ਹੈ? ਮਹਾਂਪੁਰਖ ਕਹਿਣ ਲੱਗੇ, ਅੱਛਾ ਭਾਈ, ਅਗਰ ਤੂੰ ਇਹ ਚਾਹੁੰਦਾ ਹੈ ਤਾਂ ਫਿਰ ਸਵੇਰ ਨੂੰ ਆਈ। ਸਵੇਰ ਨੂੰ ਆਇਆ, ਕਹਿਣ ਲੱਗੇ, ਭਾਈ ਇੱਥੋਂ ਫਲਾਣੇ ਥਾਂ ਚਲੇ ਜਾ, ਐਡੀ ਦੂਰ ਉੱਥੇ ਬ੍ਰਿਕਸ਼ ਦਾ ਇੱਕ ਦਰਖਤ ਹੈ, ਬਟ ਬ੍ਰਿਕਸ਼ ਹੈ, ਉੱਥੇ ਜਾਈ, ਉੱਥੇ ਦੇਖੀ, ਤੈਨੂੰ ਉੱਥੇ ਕੀ ਮਿਲਦਾ ਹੈ, ਜਾ ਕੇ ਦਰਸ਼ਨ ਕਰੀ, ਤੈਨੂੰ ਆਪਣੇ ਆਪ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ। ਕੀ ਦੇਖਿਆ ਜਾ ਕੇ ਕਿ ਇੱਕ ਦੋ ਕਾਂ ਅਤੇ ਕਾਈ ਮਤਲਬ ਦੋਵਾਂ ਜੋੜੀ ਉੱਥੇ ਬੈਠੀ ਹੈ ਦਰਖਤ ਦੇ ਉੱਪਰ। ਜਾ ਕੇ ਦੇਖਿਆ ਕਿ ਉਹ ਬੈਠੇ ਹਨ। ਵਾਪਸ ਆ ਗਿਆ, ਆ ਕੇ ਕਹਿੰਦਾ, ਮਹਾਰਾਜ ਉੱਥੇ ਤਾਂ ਕੁਝ ਨਹੀਂ ਦੇਖਿਆ, ਉੱਥੇ ਤਾਂ ਇੱਕ ਕਾਂ ਅਤੇ ਆਪਣਾ ਦੋ ਜੋੜੀਆਂ ਸੀ, ਇੱਕ ਉਹਦੇ ਦਰਸ਼ਨ ਉਹੀ ਸੀ। ਕਹਿੰਦੇ ਅੱਛਾ। ਕਹਿੰਦੇ ਫਿਰ ਅੱਜ ਤੋਂ ਫਿਰ ਦੁਬਾਰਾ ਜਾ। ਦੂਸਰੇ ਦਿਨ ਗਿਆ। ਦੂਸਰੇ ਦਿਨ ਜਾ ਕੇ ਕੀ ਦੇਖਦਾ ਹੈ, ਇੱਕ ਹੰਸ ਅਤੇ ਹੰਸਣੀ ਹੈ, ਜੋੜੀ ਹੈ। ਉਹ ਆ ਕੇ ਫਿਰ ਆ ਗਿਆ, ਮਹਾਰਾਜ ਉੱਥੇ ਤਾਂ ਇੱਕ ਹੰਸ ਤੇ ਹੰਸਣੀ ਆਏ, ਹੋਰ ਤਾਂ ਉੱਥੇ ਕੁਝ ਵੀ ਨਹੀਂ ਸੀ। ਕੋਈ ਸਵਾਲ ਦਾ ਜਵਾਬ ਦੇਣ ਵਾਲਾ ਤਾਂ ਮੈਨੂੰ ਮਤਲਬ ਕੁਐਸਚਨ ਦਾ ਉੱਤਰ ਦੇਣ ਵਾਲਾ ਤਾਂ ਕੋਈ ਵੀ ਨਹੀਂ ਸੀ। ਕਹਿੰਦੇ ਅੱਛਾ। ਤੀਸਰੇ ਦਿਨ ਫਿਰ ਕਹਿੰਦਾ, ਹੁਣ ਤਾਂ ਚੰਗਾ ਬਈ ਤੂੰ ਹੁਣ ਸਵੇਰੇ ਜਾਈ। ਸਾਧ ਸੰਗਤ ਜੀ ਸਵੇਰੇ ਗਿਆ। ਤੀਸਰੇ ਦਿਨ ਕੀ ਦੇਖਦਾ ਹੈ ਕਿ ਇੱਕ ਮਨੁੱਖ ਜੋੜੀ ਉੱਥੇ ਬੈਠੀ ਹੈ, ਇਸਤਰੀ ਅਤੇ ਪੁਰਸ਼ ਦੋ ਜਣੇ ਬੈਠੇ ਹਨ। ਫਿਰ ਕਹਿੰਦੇ ਹਨ, ਉਹ ਕਹਿਣ ਲੱਗੇ, ਭਾਈ ਤੂੰ ਦੱਸ ਤੁਸੀਂ ਕੌਣ ਹੋ? ਉਹ ਕਹਿੰਦੇ, ਅਸੀਂ ਇਨਸਾਨ ਹਾਂ। ਅਤੇ ਜਿਸ ਵੇਲੇ ਉਹ ਪੁੱਛਦੇ ਤੂੰ ਕੌਣ ਹੈ? ਕਹਿੰਦੇ ਮੈਨੂੰ ਉਸ ਮਹਾਂਪੁਰਖ ਨੇ ਭੇਜਿਆ ਹੈ। ਕਹਿੰਦੇ ਸਾਨੂੰ ਉੱਥੇ ਲੈ ਕੇ ਚੱਲ। ਸਾਧ ਸੰਗਤ ਜੀ ਜਿਸ ਵੇਲੇ ਉਹ ਲੈ ਕੇ ਨਾਲ ਆਇਆ ਤੇ ਕੀ ਪੁੱਛਦਾ ਹੈ? ਕਹਿੰਦੇ ਭਾਈ ਕਿਉਂ ਭਾਈ, ਜੇ ਬੜਾ ਆਪਣਾ ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲਿਆ? ਕਹਿੰਦਾ ਨਹੀਂ ਜੀ, ਮੈਨੂੰ ਤਾਂ ਮੇਰੇ ਸਵਾਲ ਦਾ ਜਵਾਬ ਅਜੇ ਕੁਝ ਆਪਣੇ ਪ੍ਰਾਪਤ ਨਹੀਂ ਹੋ ਸਕਿਆ, ਸਮਝ ਨਹੀਂ ਸਕਿਆ, ਕਿਉਂਕਿ ਬੁੱਧੀ ਸਮਝਣ ਵਾਲੀ ਨਹੀਂ ਸੀ। ਕਹਿਣ ਲੱਗੇ ਇਹਨਾਂ ਨੂੰ ਪੁੱਛ। ਉਹਨਾਂ ਨੇ ਕਿਹਾ, ਦੇਖ ਭਾਈ, ਤੇਰੇ ਦਰਸ਼ਨ ਕਰਕੇ ਸਾਨੂੰ ਪਹਿਲਾਂ ਅਸੀਂ ਕਾਂ ਜੂਨੀ ਦੇ ਵਿੱਚ ਸੀ, ਕਿਉਂਕਿ ਤੈਨੂੰ ਕਿਸੇ ਮਹਾਂਪੁਰਖ ਨੇ ਭੇਜਿਆ ਸੀ, ਤੈਨੂੰ ਕਿਸੇ ਸੰਤ ਨੇ ਭੇਜਿਆ ਸੀ, ਤੈਨੂੰ ਕਿਸੇ ਸੰਤ ਦੇ ਦਰਸ਼ਨ ਹੋਏ ਸਨ, ਤੈਨੂੰ ਉਸ ਨੇ ਭੇਜਿਆ। ਅਸੀਂ ਕਾਵਾਂ ਤੋਂ ਸਾਡੀ ਜੂਨ ਬਦਲ ਕੇ ਹੰਸ ਬਣੇ। ਫਿਰ ਦੂਸਰੀ ਵਾਰੀ ਤੇਰੇ ਦਰਸ਼ਨ ਫੇਰ ਹੋਏ ਤਾਂ ਅਸੀਂ ਹੰਸ ਤੋਂ ਇਨਸਾਨ ਬਣ ਗਏ। ਧੰਨ ਹਨ ਉਹ ਜਿਸ ਨੇ ਤੈਨੂੰ ਭੇਜਿਆ ਹੈ, ਸੰਤਾਂ ਨੇ। ਸਾਧ ਸੰਗਤ ਦੇ ਦਰਸ਼ਨ ਕਰਨ ਦੇ ਨਾਲ ਸਾਡੇ ਜਨਮਾਂ ਜਨਮਾਂਤਰਾਂ ਦੇ ਜੋ ਜਨਮ ਕਰਮ ਹੈ ਉਹ ਮਿਟ ਜਾਂਦੇ ਹਨ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਹਾਂ, ਰਾਪੁਰ ਰਸੂਲਪੁਰ ਦੂਰ ਨਹੀਂ ਹੈ। ਉੱਥੇ ਇੱਕ ਗੁਰਦਿਆਲ ਸਿੰਘ ਇੱਕ ਜੱਟ ਜ਼ਿਮੀਂਦਾਰ ਹੈ। ਉਹ ਸਤਿਗੁਰੂ ਮਹਾਰਾਜ ਦੇ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਦੇ ਚਰਨਾਂ 'ਚ ਆਇਆ। ਕਹਿਣ ਲੱਗਿਆ, ਮਹਾਰਾਜ ਮੈਂ ਨਾਮਦਾਨ ਲੈਣਾ ਹੈ, ਮੇਰੇ 'ਤੇ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ। ਸਤਿਗੁਰੂ ਕਹਿਣ ਲੱਗੇ, ਭਾਈ ਤੂੰ ਜੱਟ ਹੈ, ਤੇਰੀ ਉੱਚੀ ਜਾਤੀ ਹੈ, ਸਾਡੀ ਜਾਤ ਅਸੀਂ ਮਤਲਬ ਕੌਮ ਸਾਡੀ ਨੀਵੀਂ ਹੈ ਲੋਕ ਕਹਿੰਦੇ ਹਨ, ਪਰ ਉਹ ਕਹਿੰਦੇ ਮਹਾਰਾਜ ਮੈਨੂੰ ਤਾਂ ਮਤਲਬ ਇਸ ਗੱਲ ਨਾਲ ਕੋਈ ਮਤਲਬ ਨਹੀਂ, ਨਾ ਮੈਂ ਮਤਲਬ ਮੈਂ ਜੱਟ ਹਾਂ, ਨਾ ਮੈਂ ਕਿਸੇ ਜਾਤ ਪਾਤ ਨੂੰ ਮੰਨਦਾ ਹਾਂ, ਮੈਂ ਤਾਂ ਨਾਮ ਦੀ ਦਾਤ ਪ੍ਰਾਪਤ ਕਰਨ ਵਾਸਤੇ ਆਇਆ ਹਾਂ। ਕਹਿੰਦੇ ਅੱਛਾ। ਸਾਧ ਸੰਗਤ ਜੀ ਕਹਿੰਦੇ ਚੰਗਾ। ਫਿਰ ਸਾਧ ਸੰਗਤ ਜੀ ਉਸ ਨੂੰ ਨਾਮ ਦੇ ਦਿੱਤਾ। ਨਾਮ ਦੇ ਕੇ ਉਸ ਦੇ ਕੁਆੜ ਖੋਲ੍ਹ ਦਿੱਤੇ। ਸਾਧ ਸੰਗਤ ਜੀ ਉਹ ਕਹਿਣ ਲੱਗਾ,
महाराज मैं गृहस्थी बंदा हाँ, बुढ़ा होना है, अक्सर बुढ़ापा आना है, फिर मेरी सेहत भी क्योंकि इहो जी जवानी नहीं रहिंदी, तो मेरे ते कृपा करो, मेरी सेहत ठीक नहीं रहिंदी, मैं तंदुरुस्त रहां। कहंदी अच्छा गुरदयाल सिंह तू तंदुरुस्त, तेनों कदी रोग नहीं लगेगा, तू सदा जवान रहेगा, तू सदा जवान रहेगा, तू तेनों कदी रोग नहीं लगेगा, जवाना वर्गा ही रहेगा तू। सत्संग जी एक दिन उसके घर वाली, क्योंकि 12 साल बीत गए, उसके अपने बच्चा पैदा नहीं होया, वो हुण अपनी माता नूं लैके सतगुरु महाराज जी के चरणों के विच आए। सतगुरु स्वामी सरवणदास महाराज जी दे आगे कहन लगे, महाराज 12 साल बीत गए, झोले कुछ नहीं पिया, कहते हैं 12 साल बाद रूड़ी की भी रब सुन लैंदा, साडी तां अजे तक नहीं सुनी गई। कहते अच्छा, महाराज अंतर ध्यान हो गया, अंतर ध्यान हो के कुछ चिर बाद जिस वेले समाधि खोली तो फिर वो बीबी पूछती है, महाराज तुसी तो सौ गए, मैं तो तुहानूं अपने अपनी अरदास बेनती करदी हाँ। महाराज कहन लगे, कोड़े बीबी संत कदी सौंदे नहीं हैं, जे कोई दुनिया का जीव ये समझे कि संत सौ जाते हैं, कई बारी साढ़े संत महाराज निरंजन दास जी समाधि में बह जाते हैं तो लोग कहते हैं संतां की अख लग गई, संत खरे सौ गए, संत कदी सौंदे नहीं हैं। कहन लगे बीबी जदों संत सौ गए तो परलो आ जानी है, ये दुनिया दे विच परलो आ जानी जिस दिन संत सौ गए, संत कदी सौंदे नहीं। संत अगर बड़ा ध्यान हित होंदे हैं, ध्यान भी लगाते हैं तो संसार वास्ते, संसारी जीवां वास्ते, उन्हां दे वास्ते प्रसाद सिंह जी उस प्रभु परमात्मा सिमरन करते, क्योंकि आप मुक्त करे संसार, नानक क्रिश्चन को सदा नमस्कार। वो आता मुक्त रूप ही होया करते हैं, पर संसार नूं मुक्त करने वास्ते आउंदे हैं। अच्छा कहते बीबी हुण इदां करी, तो उसनूं गुरदयाल सिंह नूं कहते बेटा गुरदयाल सिंह हुण तू घर चले जा, जाके इशनान करना है, बिस्तरा करना साफ सुथरा, तो नवे कपड़े पाने हैं, कपड़े पा के समाधि अपने शाम नूं रात नूं सौण वेले मतलब अपने रोटी नहीं खानी, सिमरन करना है। जिस वेले सत्संग जी उसकी रात नूं समाधि लगी, की देखता है गुरदयाल सिंह कि वो सतगुरु महाराज अंतर ध्यान हो गया, ब्रह्मण नूं चला गया। जिस वेले उत्थे गया तो सतगुरु हरिदास महाराज जी एक टोकरा लैके बैठे हैं, जो कि ढकिया होया है, बड़े अच्छे रुमाल दे विच ढकिया होया, बड़ा कीमती। ते जाके कहन लगा, महाराज ये टोकरे विच की है? महाराज कहते पहला महाराज अगे बैठे हैं बैकुंठ में, उत्थे पहला महाराज ने मिलिया, जिस वेले अगे बैकुंठ में अगे तुरिया तो सतगुरु स्वामी सरवणदास महाराज समाधि इस पर बैठे हैं। महाराज ने नमस्कार करके महाराज सतगुरु स्वामी सरवणदास महाराज उसनों कहन लगे, चंगा भाई तो मतलब उत्थे संत हरिदास कोल ही जा, उहदे कोल टोकरा पिया है, उहदे कोल तेरा प्रसाद है। सत्संग जी उस जिस वेले वो देखा टोकरा ढकिया होया, उहदे विच 5 फल, 5 फ्रूट, जिन्हां दे विच उन्हें कहंदा देख ला भी ये खा ला। वो जिस वेले 5 फ्रूट देखे, कहंदे पर ये तो खाने नहीं, कहंदे इन्हां दे विच 2 टुके हुए, 3 साबत, 3 फल साबत, 2 टुके हुए। जिस वेले वो हुण सवेरे आ गया, समाधि खुल गई, तो उन्हें एहसास किया भी ये सतगुरु स्वामी सरवणदास महाराज का कोई राज है। पर उस वेले सतगुरु स्वामी सरवणदास महाराज जी अलोप हो चुके सन। सत्संग जी फिर उसके 5 पुत्र होए, वो जो 5 फल सतगुरु जो टोकरे दे विच देखे सी, उही
ਉਹ 5 ਫਲ ਉਸ ਦੇ 5 ਬੇਟੇ ਹੋਏ। 5 ਬੇਟਿਆਂ ਦੇ ਵਿੱਚੋਂ ਸਾਧ ਸੰਗਤ ਜੀ 2 ਮਰ ਗਏ, ਜਿਹੜੇ ਉਹ ਟੁੱਕੇ ਹੋਏ ਸਨ। 2 ਮਰ ਗਏ, 3 ਅੱਜ ਜੀਵਤ ਹਨ। ਫਿਰ ਉਹ ਕਹਿਣ ਲੱਗਾ, ਮਹਾਰਾਜ ਗਰੀਬੀ ਬੜੀ ਹੈ। ਉਹ ਘਰ ਵਾਲੀ ਆਈ ਨਾਲ, ਮਹਾਰਾਜ ਗਰੀਬੀ ਬੜੀ ਹੈ, ਘਰ ਦਾਲ ਦੇ ਵਿੱਚ ਲੂਣ ਪਾਉਣ ਨੂੰ ਵੀ ਹੈ ਨਹੀਂ, ਅਤੇ ਕਿੱਦਾਂ ਗੁਜ਼ਾਰਾ ਚੱਲੂਗਾ। ਸਤਿਗੁਰੂ ਸਵਾਮੀ ਸਰਵਨਦਾਸ ਕਹਿੰਦੇ, ਅੱਛਾ ਕੁੜੇ ਬੀਬੀ ਸੰਤੀ ਉਹਦਾ ਨਾਂ ਹੈ, ਆਹ ਰਾਪੁਰ ਦੂਰ ਨਹੀਂ ਹੈ। ਕੁੜੇ ਬੀਬੀ ਸੰਤੀ, ਅੱਛਾ ਤੇਰੀ ਗਰੀਬੀ ਅਸੀਂ ਰੱਖ ਲਈ, ਜਾ। ਸਾਸਨ ਜੀ ਅੱਜ ਉਹਦੇ ਬੱਚੇ ਜਿਤਨੇ ਕੈਨੇਡਾ ਵਿੱਚ ਹਨ, ਨਾਲ ਹੋਰ ਵੀ ਵਰ ਦਿੱਤਾ। ਕਹਿੰਦੇ, ਅੱਛਾ ਗੁਰਦਿਆਲ ਸਿੰਘ ਤੂੰ ਬੁੱਢਾ ਨਹੀਂ ਹੋਣਾ, ਬੁੱਢਾ ਨਹੀਂ ਹੋਣਾ। ਅਤੇ ਸਾਸਨ ਜੀ 80 ਸਾਲ ਦਾ ਹੋ ਗਿਆ ਹੈ, ਅੱਜ ਵੀ ਉਹ ਮਤਲਬ 35-40 ਸਾਲ ਦਾ ਵਰਗਾ ਲੱਗਦਾ ਹੈ, ਬੁੱਢਾ ਨਹੀਂ ਹੋਇਆ। ਅਮਰ ਕਰਤਾ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਜੀ ਨੇ। ਇੱਥੇ ਨਹੀਂ ਬਸ, ਉਸ ਨੂੰ ਕਹਿੰਦੇ, ਅੱਛਾ ਗੁਰਦਿਆਲ ਸਿੰਘਾ ਤੂੰ ਆਪਣੀ ਮਰਜ਼ੀ ਨਾਲ ਮਰਨਾ ਹੈ, ਅਸੀਂ ਹੁਣ ਤੈਨੂੰ ਕਹਿ ਦਿੱਤਾ ਹੈ ਆਪਣੀ ਮਰਜ਼ੀ ਨਾਲ ਮਰਨਾ ਹੈ, ਪਰ ਇੱਥੇ ਸੰਸਾਰ 'ਤੇ ਰਹਿਣਾ ਸੁੱਖ ਨਹੀਂ ਮਿਲਦਾ। ਇੱਥੇ ਆਪਣਾ ਮੋਹ ਪਾ ਕੇ ਪਰਿਵਾਰ ਵਿੱਚ ਬੈਠਣਾ ਨਹੀਂ ਹੈ। ਯਾਦ ਰੱਖੀ, ਜਦੋਂ ਤੇਰਾ ਖੁਸ਼ੀ ਨਾਲ ਦਿਲ ਕਰੇ ਜਾਣ ਨੂੰ, ਸੰਸਾਰ ਛੱਡਣ ਨੂੰ, ਇਸ ਤਰ੍ਹਾਂ ਕਰੀ 2 ਦਿਨ ਪਹਿਲਾਂ ਸੀੜੀ ਲਿਆ ਕੇ ਰੱਖ ਲਈ, ਸੀੜੀ ਲਿਆ ਕੇ ਰੱਖ ਲਈ, ਅਤੇ ਜਿਸ ਵੇਲੇ ਮਤਲਬ ਤੇਰਾ ਮਨ ਕਰੇ ਉੱਪਰ ਉਸ 'ਤੇ ਲੰਮਾ ਪੈ ਜੇ, ਲੰਮਾ ਪਾ ਕੇ ਕੱਪੜਾ ਲੈ ਲਈ ਉੱਪਰ, ਅਤੇ ਤੈਨੂੰ ਅਸੀਂ ਆਪੇ ਲੈ ਜਾਣਾ ਹੈ। 80 ਸਾਲ ਦਾ ਸਾਧ ਕੈਨੇਡਾ ਦੇ ਵਿੱਚ ਅਜੇ ਵੀ ਜੀਵਤ ਹੈ। ਇਹ ਮਿਸਾਲ ਹੈ ਅੱਜ ਦੀ। ਉਹ ਗੁਰਦਿਆਲ ਸਿੰਘ ਰਾਪੁਰ ਵੀ ਬਹੁਤਾ ਦੂਰ ਨਹੀਂ, ਜਿਹੜੇ ਮਰਜ਼ੀ ਜਾ ਕੇ ਪੁੱਛ ਸਕਦਾ ਹੈ। ਅੱਜ ਵੀ ਸਤਿਗੁਰੂ ਸਵਾਮੀ ਸਰਵਨ ਸਤਿਗੁਰ ਮੇਰਾ ਸੱਧ ਰਖਵਾਲਾ ਹੋਵੇ। ਸੰਤ ਮਹਾਂਪੁਰਖ ਅਤੇ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ, ਉੱਥੇ ਵੀ ਸਹਾਇਕ ਹਨ। ਇਸ ਕਰਕੇ ਸਾਧ ਸੰਗਤ ਜੀ, ਅਸੀਂ ਮਹਾਂਪੁਰਖਾਂ ਦੇ ਜੋ ਉਹਨਾਂ ਨੇ ਸਾਨੂੰ ਸਦ ਉਪਦੇਸ਼, ਉਹਨਾਂ ਦੇ ਗੁਣ ਜੋ ਹਨ, ਉਹਨਾਂ ਨੂੰ ਯਾਦ ਕਰਨ ਵਾਸਤੇ ਸਾਧ ਸੰਗਤ ਜੀ ਅਸੀਂ ਉਹਨਾਂ ਦੀ ਯਾਦਾਂ ਮਨਾਉਣ ਵਾਸਤੇ ਇਕੱਤਰਤ ਹੁੰਦੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਸਦ ਉਪਦੇਸ਼, ਲੋਕ ਕਈ ਦੁਨੀਆ ਦੇਖਣ ਵਾਸਤੇ ਆਉਂਦੇ ਹਨ, ਕੋਈ ਲੰਗਰ ਛਕਣ ਵਾਸਤੇ ਬੜਾ ਵਧੀਆ ਉੱਥੇ ਚੱਲਦਾ ਹੈ, ਉਹ ਆਪਣੇ ਢੰਗ ਤਰੀਕੇ ਦੇ ਨਾਲ ਜੋ ਕਾਮਨਾ ਲੋਕ ਕਰਕੇ ਆਉਂਦੇ ਹਨ। ਕੋਈ ਚੁਗਲੀ, ਕਈ ਤਾਂ ਲੋਕ ਇੱਧਰ ਉੱਧਰ ਬਹਿ ਕੇ ਚੁਗਲੀ ਕਰਦੇ ਹਨ। ਉਹ ਕਿਉਂਕਿ ਜੋ ਜਿਹਾ ਬੀਜੇ ਕਰਮ, ਜੋ ਜਿਹਾ ਬੀਜੇ ਸੋਲਣੇ ਕਰਮਾ ਸੰਧੜਾ ਖੇਤ। ਇਹ ਸਰੀਰ ਜੋ ਹੈ, ਇਹ ਸਰੀਰ ਰੂਪੀ ਖੇਤੀ ਹੈ। ਇਸ ਦੇ ਵਿੱਚ ਜਿਹਾ ਬੀਜ ਬੀਜਣਾ ਹੈ, ਕਰਮਾ ਰੂਪੀ ਖੇਤ ਦੇ ਵਿੱਚ ਜਿਹੋ ਜਿਹੇ ਕਰਮ ਕਰ ਰਹੇ ਹਨ ਸਾਧ ਸੰਗਤ ਜੀ, ਉਹ ਸਮੇਂ 'ਤੇ ਆ ਕੇ ਫਲੀਭੂਤ ਹੋਣੇ ਹਨ। ਸੋ ਸਾਨੂੰ ਕਦੀ ਵੀ ਮਹਾਂਪੁਰਖਾਂ ਦੇ ਦਰਬਾਰ ਦੇ ਵਿੱਚ ਆ ਕੇ ਜੋ ਸੰਤ ਮਿਲੇ, ਕੁਝ ਸੁਣੀਏ ਕਹੀਏ, ਸੰਤਾਂ ਦੇ ਨਾਲ ਮਿਲ ਕੇ ਕੁਝ ਸੰਤਾਂ ਦੀ ਬਾਣੀ ਸੁਣੀਏ, ਕੁਝ ਕਹੀਏ, ਕੁਝ ਸੁਣੀਏ, ਸੁਣ ਕੇ ਉਹ 'ਤੇ ਅਮਲ ਕਰੀਏ। ਅਮਲ ਕਰਕੇ ਸਾਨੂੰ ਆਪਣੇ ਜੀਵਨ ਵਿੱਚ ਵਸਾ ਕੇ ਆਪਣੇ ਸਰੀਰ, ਆਪਣਾ ਜੋ ਜੀਵਨ ਦਾ ਲਾਹਾ ਹੈ, ਜੋ ਮਨੁੱਖ ਸਰੀਰ ਹੈ, ਉਸ ਨੂੰ ਸਫਲ ਕਰੀਏ। ਸਾਡਾ ਆਵਣ ਆਏ ਜਗਤ ਮੇਂ ਬਿਨ ਬੁੱਝੇ ਪਸ਼ੂ ਢੋਰ। ਆਉਣ ਨੂੰ ਤਾਂ ਅਸੀਂ ਇਨਸਾਨ ਬਣ ਕੇ ਆ ਗਏ ਸੰਸਾਰ ਵਿੱਚ। ਅਸੀਂ ਇਨਸਾਨ ਕਹਾਉਂਦੇ ਹਾਂ, ਬੰਦੇ ਕਹਾਉਂਦੇ ਹਾਂ, ਇਨਸਾਨ ਕਹਾਉਂਦੇ ਹਾਂ, ਪਰ ਜੇ ਸਾਡੇ ਪੱਲੇ ਰੱਬ ਨਹੀਂ, ਸਾਡੇ ਪੱਲੇ ਜੇ ਨਾਮ ਨਹੀਂ, ਤੇ ਅਸੀਂ ਉਹਨਾਂ ਪਸ਼ੂਆਂ ਤੋਂ ਵੀ ਭੈੜੇ ਹਾਂ। ਆਵਣ ਆਏ ਜਗਤ ਮੇਂ ਬਿਨ ਬੁੱਝੇ ਪਸ਼ੂ ਢੋਰ। ਉਹ ਪਸ਼ੂ ਢੋਰ ਮਤਲਬ ਬਗੈਰ ਜਿੱਦਾਂ ਪਸ਼ੂ ਢੋਰ ਜਿੱਦਾਂ ਸੰਸਾਰ 'ਤੇ ਆ ਕੇ ਵਿਚਰ ਕੇ ਧਰਤੀ 'ਤੇ ਭਾਰ ਬਣ ਕੇ ਚਲੇ ਗਏ, ਸਾਧ ਸੰਗਤ ਜੀ ਇਸੇ ਤਰ੍ਹਾਂ ਸਾਡਾ ਫਿਰ ਸੰਸਾਰ 'ਤੇ ਆਉਣਾ ਹੈ। ਅੰਤ ਵਿੱਚ ਅੱਜ ਜਿਵੇਂ ਅੱਜ ਅਸੀਂ ਸਤਿਗੁਰੂ ਮਹਾਰਾਜ ਨਿਰੰਜਨ ਦਾਸ ਮਹਾਰਾਜ ਦੀ ਛਤਰ ਛਾਇਆ ਹੇਠ ਜਿਵੇਂ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਦੀ ਪਰੰਪਰਾ ਨੂੰ ਅੱਗੇ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਨੇ ਸੁਚੱਜੇ ਢੰਗ ਦੇ ਨਾਲ ਤੋਰਿਆ, ਉਸੀ ਤਰ੍ਹਾਂ ਮਹਾਰਾਜ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਜੀ ਨੇ ਅੱਜ ਗੱਦੀ 'ਤੇ ਵਿਰਾਜਮਾਨ ਆਦਰਣੀ ਸਤਿਕਾਰ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਬਾਖੂਬੀ ਸਾਧ ਸੰਗਤ ਜੀ ਆਪ ਸੰਗਤਾਂ ਦੀ ਸੇਵਾ ਵਿੱਚ ਨਿਰੰਤਰ ਲਗਾਤਾਰ ਸੇਵਾ ਵਿੱਚ ਰਹਿੰਦੇ ਹਨ। ਉਸ ਮਾਨ ਪ੍ਰਤਿਸ਼ਠਾ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਅੱਜ ਵੀ ਡੇਰੇ ਦੀ ਉਹ ਸੰਚਾਲਕ
बड़े सुचੱਜੇ ढंग ਦੇ ਨਾਲ ਸਾਧ ਸੰਗਤ ਜੀ ਆਪਣੀ ਡਿਊਟੀ ਨਿਭਾਉਂਦੇ ਹਨ। ਸੋ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ। अंत में मैं जहाँ पर ये हमारे लाखों की तादाद में पंजाब और हरियाणा से लोग एकत्रित हुए हैं, आए हैं, वहीं पर बहुत हज़ारों की तादाद में आज यहाँ पर हमारे इस स्थान पर हमारे महाराज जी के पावन चरणों में मस्तक झुकाने के लिए और शुभकामना लेने के लिए तमाम स्टेटों से लोग अपने तशरीफ़ लाए हैं। जैसे आज तेलंगाना, मध्य प्रदेश, कर्नाटक और गुजरात, उत्तर प्रदेश, हिमाचल प्रदेश, बिहार, उत्तराखंड और असम, तमाम स्टेटों से आज बहुत बड़ी संख्या में लोग आज यहाँ पर अपना शीश झुकाने के लिए आए हैं। हम गुरु महाराज जी की तरफ से सभी लोगों को जो भी दूर दुरेडे से आए हैं उनके लिए शुभकामनाएं करते हैं और उनके लिए जो सद उपदेश है महाराज जी का, हम कामना करते हैं कि उनके हृदय में बसे, हृदय में वो उसको बसाकर जो महाराज जी का सद उपदेश दिया हुआ है उसको हृदय में बसा अपना लोक सुखी करें और प्रलोक भी उनका सुहेला होए, उनका जन्म जो मरण है वो सफल हो जाए। इसी कामना के साथ मैं सारिया संगतां कोलों आज इस शुभ अवसर से सारिया संगतां कोलों साध संगत जी सतगुरु महाराज जी इस वर्षी मनाते हुए सब दी कामनावां सतगुरु कृपा करन, अपने आदर्शों से चलने की बल बुद्धि संगतां नूं बख्शिश कर रहे। इसी समाप्ति करना सतनाम श्री वाहिगुरू।